ਇਹ ਵਾਕਿਆ ਤੋਂ ਬਾਅਦ ਮੈਨੂੰ ਉਹਨਾਂ ਦੇ ਨਾਮ ਪਤਾ ਲੱਗੇ ਨੇ। ਵਾਕਿਆ ਤੋਂ ਬਾਅਦ ਮੈਨੂੰ ਇਹਨਾਂ ਦੀ ਪਤਾ ਲੱਗਾ ਕਿ ਇਹ ਲੋਕ ਹੈਗੇ ਕੌਣ ਨੇ। ਮੈਂ ਸਿਰਫ ਇੱਕ ਬੰਦੇ ਨੂੰ ਜਾਣਦਾ ਸੀ, ਫਰਾਜ਼ ਤੇ ਸਕਲੈਨ, ਜਿਹੜੇ ਸਾਡੇ ਮਹੱਲੇਦਾਰ। ਮੈਂ ਆਪਣੇ ਭਰਾ ਵੱਲ ਜਾਵਾਂ, ਮੈਂ ਆਪਣੀ ਮਾਂ ਵੱਲ ਜਾਵਾਂ, ਮੈਂ ਆਪਣੇ ਆਪ ਨੂੰ ਵੇਖਾਂ, ਮੇਰੇ ਘਰ ਦੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਮੈਂ ਦੇਖਾਂ, ਆਪਣੇ ਘਰ ਦੀ ਮੈਂ ਬੀਬੀਆਂ ਨੂੰ ਦੇਖਾਂ, ਮੈਂ ਕਿਹਨੂੰ ਦੇਖਾਂ? ਰੱਬ ਕੋਲ ਵੀ ਪਨਾਹ ਮੰਗ ਰਿਹਾ ਵਾਂ ਕਿ ਯਾ ਅੱਲਾ ਮੈਨੂੰ ਇਸ ਲਾਈਨ 'ਚ ਨਾ ਵੜਨਾ। ਮੈਂ ਮੁਜਰਿਮ ਨਹੀਂ ਬਣਨਾ ਚਾਹੁੰਦਾ। ਮੈਂ ਆਪਣੀ ਜ਼ਿੰਦਗੀ ਇੱਕ ਸਾਦਾ ਤਰੀਕੇ ਨਾਲ ਕੋ ਗਿਆ, ਕਾਨੂੰਨ ਵਾਲਾ ਕੋ ਕਹਿ ਰਿਹਾ ਕਿ ਤੂੰ 4 ਬੰਦੇ ਤੂੰ ਇਕੱਠੇ ਕਰ, ਜਾ ਕੇ ਉਹਨੂੰ ਫੈਰ ਮਾਰ ਦੇ। ਮੈਨੂੰ ਇਹੋ ਜਿਹੇ ਮਸ਼ਵਰੇ ਦੇ ਕਿ ਤੁਸੀਂ ਇੰਝ ਕਰ ਲਓ, ਬਾਅਦੋਂ ਅਸੀਂ ਤੁਹਾਡੀ ਸੁਲਾਹ ਕਰਾ ਦਾਂਗੇ, 4 ਪੈਸੇ ਕਾਨੂੰਨ ਵੀ ਕਮਾ ਲੇਗਾ ਤੇ ਮਨਸ਼ਾਤ ਵਾਲੇ ਵੀ ਕਮਾ ਲੈਣਗੇ। ਵਹਾਬ ਅੱਛਾ, ਵਹਾਬ ਤੁਹਾਡੇ ਸਾਹਮਣੇ ਤੁਹਾਡੀ ਵਾਲਦਾ ਤੇ ਵੀ ਹੱਥ ਚੁੱਕਿਆ ਇਹਨਾਂ ਜ਼ਾਲਮਾਂ ਨੇ, ਤੇ ਫਿਰ ਉਸ ਟਾਈਮ ਤੇ ਤੁਹਾਡੇ ਦਿਲ ਦੇ ਵਿੱਚ ਨਹੀਂ ਆਉਂਦਾ ਕਿ ਮੇਰੇ ਕੋਲ ਜੋ ਚੀਜ਼ ਲੱਭੇ ਮੈਂ ਇਹਨਾਂ ਨੂੰ ਮਾਰ ਦਿਆਂ? ਸਰ ਉਸ ਟਾਈਮ ਤੇ ਮੇਰੇ ਦਿਲ ਦੇ ਵਿੱਚ ਇਹ ਚੀਜ਼ ਸੀ, ਲੇਕਿਨ ਗੱਲ ਸੀ ਕੋਈ 1-2 ਬੰਦੇ ਜਾਂ 5-10 ਬੰਦੇ ਹੁੰਦੇ ਨਾ, ਮੈਂ ਕੁਝ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ 35 ਤੋਂ 40 ਬੰਦੇ ਵੀ ਅਸਲਾ ਉੱਤੇ ਹਮਲਾ ਕਰਦੇ ਹੋਣ ਤੇ ਉਸ ਟਾਈਮ ਹੱਥ ਪਾਓ ਮੈਨੂੰ ਜਿੰਨੇ ਕੁ ਬੰਦੇ ਨੇ ਫੜਿਆ ਸੀ, ਮੈਨੂੰ ਯਾਦ ਹੈ ਫਾਹਦ ਡੋਗਰ ਹੋ ਗਿਆ, ਅਰਸਲਾਨ ਜੱਟ ਹੋ ਗਿਆ, ਉਬੈਦ ਭੱਟ ਹੋ ਗਿਆ, ਫਰਾਜ਼ ਅਹਿਮਦ ਹੋ ਗਿਆ। ਇਹਨਾਂ ਨੇ ਮੈਨੂੰ ਫੜਿਆ ਤੇ ਐਵੇਂ ਮੈਨੂੰ ਛੱਡ ਨਹੀਂ ਰਹੇ। ਮੈਨੂੰ ਜਿਨ੍ਹਾਂ ਦੇ ਤੁਸੀਂ ਨਾਮ ਲਿੱਤੇ ਨੇ, ਇਹ ਕੋਈ ਬਾਸਰ ਹੈਗੇ ਨੇ, ਕਿਸੇ MP MNA ਦੇ ਬੇਟੇ ਹੈਗੇ ਨੇ? MP ਇਹਨਾਂ ਦੀ ਬੈਕਗਰਾਉਂਡ ਮੈਂ ਨਹੀਂ ਜਾਣਦਾ। ਮੈਂ ਇਹਨਾਂ ਨੂੰ ਇਹ ਵਾਕਿਆ ਤੋਂ ਬਾਅਦ ਮੈਨੂੰ ਇਹਨਾਂ ਦੇ ਨਾਮ ਪਤਾ ਲੱਗੇ ਨੇ। ਵਾਕਿਆ ਤੋਂ ਬਾਅਦ ਮੈਨੂੰ ਇਹਨਾਂ ਦੀ ਪਤਾ ਲੱਗਾ ਕਿ ਇਹ ਲੋਕ ਹੈਗੇ ਕੌਣ ਨੇ। ਮੈਂ ਸਿਰਫ ਇੱਕ ਬੰਦੇ ਨੂੰ ਜਾਣਦਾ ਸੀ, ਫਰਾਜ਼ ਤੇ ਸਕਲੈਨ, ਜਿਹੜੇ ਸਾਡੇ ਮਹੱਲੇਦਾਰ ਨੇ। ਇਹਨਾਂ ਤੋਂ ਇਲਾਵਾ ਮੇਰੀ ਆਪਣੇ ਮਹੱਲੇ ਤੋਂ ਬਾਹਰ ਨਾ ਕਿਸੇ ਨਾਲ ਕਦੀ ਅਪਰੋਚ ਹੋਈ ਹੈ, ਨਾ ਮੇਰੀ ਕਦੀ ਨਾ ਕਿਸੇ ਨਾਲ ਤਲਕ ਹੈਗਾ। ਮੈਂ ਆਪਣਾ ਕੰਮ ਕਰਨਾ, ਆਪਣੇ ਕੰਮ ਤੋਂ ਘਰ ਆਉਣਾ, ਮੈਂ ਉਸ ਤੋਂ ਬਾਅਦ ਮੇਰਾ ਕਿਸੇ ਨਾਲ ਕੋਈ ਤਲਕ ਨਹੀਂ ਹੁੰਦਾ ਹੈਗਾ, ਨਾ ਮੇਰੇ ਮਹੱਲੇ ਦੇ ਵਿੱਚ ਕਿਸੇ ਨਾਲ ਯਾਰੀ ਦੋਸਤੀ ਹੈ। ਤੇ ਮੇਰੇ ਸਾਹਮਣੇ ਇਹ ਚੀਜ਼ ਹੋ ਗਈ। ਮੈਂ ਹੁਣ ਤੁਸੀਂ ਦੱਸੋ ਕਿ 35 ਬੰਦੇ ਨੇ, ਮੈਂ ਆਪਣੇ ਭਰਾ ਵੱਲ ਜਾਵਾਂ, ਮੈਂ ਆਪਣੀ ਮਾਂ ਵੱਲ ਜਾਵਾਂ, ਮੈਂ ਆਪਣੇ ਆਪ ਨੂੰ ਵੇਖਾਂ, ਮੇਰੇ ਘਰ ਦੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਮੈਂ ਦੇਖਾਂ, ਆਪਣੇ ਘਰ ਦੀ ਮੈਂ ਬੀਬੀਆਂ ਨੂੰ ਦੇਖਾਂ, ਮੈਂ ਕਿਹਨੂੰ ਦੇਖਾਂ? ਮੰਜ਼ਰ ਹੀ ਮੁਖਤਲਿਫ ਹੈਗਾ ਸੀ ਉਸ ਨਹੀਂ, ਅੱਲਾ ਨਾ ਕਰੇ ਉਸ ਦਿਨ ਕੋਈ ਹਾਦਸਾ ਹੋ ਜਾਂਦਾ, ਕੋਈ ਅਣਹੋਣੀ ਹੋ ਜਾਂਦੀ, ਮੈਂ ਉੱਥੇ ਕੀ ਕਰਦਾ ਦੱਸੋ? ਮੇਰੀ ਮਾਂ ਨੂੰ ਅੱਲਾ ਨਾ ਕਰੇ ਕੁਝ ਹੋ ਜਾਂਦਾ, ਮੇਰੇ ਭਰਾ ਨੂੰ ਕੁਝ ਹੋ ਜਾਂਦਾ, ਕਾਨੂੰਨ ਨੇ ਕੀ ਕਰਨਾ ਸੀ? ਜੋ ਹੁਣ ਹੋ ਰਿਹਾ ਉਹੀ ਹੋਣਾ ਸੀ। ਜੇ ਅਗਰ ਫਿਰ ਮੈਂ ਕੁਝ ਕਰ ਦਿੰਦਾ ਤਾਂ ਫਿਰ ਕਾਨੂੰਨ ਸਾਡੇ ਵਾਸਤੇ ਹੋ ਜਾਣਾ ਸੀ। ਕਿਉਂ? ਕਿਉਂਕਿ ਕਾਨੂੰਨ ਸਿਰਫ ਗਰੀਬ ਵਾਸਤੇ ਹੈਗਾ। ਕਿਉਂਕਿ ਮੈਂ ਤਾਂ ਨਹੀਂ ਦੇਖਿਆ ਕਿ ਕੋਈ ਜ਼ਿਆਦਤੀ ਵੀ ਤੁਹਾਡੇ ਨਾਲ ਹੋਈ ਹੈ ਤੇ ਕਾਨੂੰਨ ਪ੍ਰੈਸ਼ਰਾਈਜ਼ ਵੀ ਤੁਹਾਨੂੰ ਕਰਦਾ ਪਿਆ। ਸਾਨੂੰ ਕਰ ਰਿਹਾ। ਕਾਨੂੰਨ ਵਾਲੇ ਕੋ ਗਏ ਆ, ਕਾਨੂੰਨ ਵਾਲੇ ਕੋ ਕਹਿ ਰਿਹਾ ਕਿ ਤੂੰ 4 ਬੰਦੇ ਤੂੰ ਇਕੱਠੇ ਕਰ, ਜਾ ਕੇ ਉਹਨੂੰ ਫੈਰ ਮਾਰ ਦੇ। ਇਹ ਕੌਣ ਕਹਿੰਦਾ ਤੁਹਾਨੂੰ? ਇਹ ਮੈਨੂੰ ਉੱਥੇ ਜਿਹੜਾ ਥਾਣੇ ਅੰਦਰ ਬੈਠੇ ਸੀ ਆਪਣਾ ਮੁਹੰਮਦ ਅਲੀ, ਉਹ ਮੈਨੂੰ ਕਹਿ ਰਹੇ ਨੇ ਕਿ ਜਾ 4 ਬੰਦੇ ਇਕੱਠੇ ਕਰ, ਤੈਨੂੰ ਜਾ ਕੇ ਮਾਰ ਦੇ। 4 ਬੰਦੇ ਇਕੱਠੇ ਕਰਨ ਦੀ ਮੈਨੂੰ ਲੋੜ ਨਹੀਂ ਸੀ, ਮੈਂ ਇਕੱਲਾ ਵੀ ਮਾਰ ਸਕਣਾ ਵਾ, ਲੇਕਿਨ ਮੈਂ ਇਕੱਲਾ ਮਾਰਨਾ ਹੁੰਦਾ, ਮੈਂ ਕਾਨੂੰਨ ਕੋ ਕਿਉਂ ਜਾਵਾਂ? ਜੇ ਅਗਰ ਮੈਂ ਕਾਨੂੰਨ ਕੋ ਗਿਆ ਵਾਂ ਤੇ ਇਸ ਕੋਲੋਂ ਗਿਆ ਵਾਂ ਕਿ ਕਾਨੂੰਨ ਮੈਨੂੰ ਇਹੋ ਜਿਹੇ ਮਸ਼ਵਰੇ ਦੇ ਕਿ ਤੁਸੀਂ ਇੰਝ ਕਰ ਲਓ, ਬਾਅਦੋਂ ਅਸੀਂ ਤੁਹਾਡੀ ਸੁਲਾਹ ਕਰਾ ਦਾਂਗੇ, 4 ਪੈਸੇ ਕਾਨੂੰਨ ਵੀ ਕਮਾ ਲੇਗਾ ਤੇ ਮਨਸ਼ਾਤ ਵਾਲੇ ਵੀ ਕਮਾ ਲੈਣਗੇ। ਸਾਡਾ ਕੀ ਕਸੂਰ ਹੈ ਵਿੱਚ? ਮੇਰਾ ਕੀ ਕਸੂਰ ਹੈ? ਇਸ ਘਰ ਦਾ ਕੀ ਕਸੂਰ ਹੈ ਕਿ ਅਸੀਂ ਆਪਣਾ ਈਦ ਦਾ ਦਿਨ ਮਨਾ ਰਹੇ ਹਾਂ? ਈਦ ਦਾ ਦਿਨ ਅਸੀਂ ਆਪਣੇ ਰਾਤ ਨੂੰ ਸੁੱਤੇ ਹਾਂ, ਅਗਲੇ ਦਿਨ ਸਾਨੂੰ ਕੀ ਪਤਾ ਸਾਡੇ ਉੱਤੇ ਇਹ ਕਿਆਮਤ ਆਉਣ ਵਾਲੀ ਹੈਗੀ ਹੈ। ਤੇ ਜਦੋਂ ਕਿਆਮਤ ਆ ਗਈ ਹੈ ਤੇ ਉਹ ਜਿਹੜੇ ਬਾਕੀ ਲੋਕ ਨੇ, ਤਮਾਸ਼ਾਈ ਪੁਲਿਸ ਹੋ ਗਈ, ਆਪਣਾ ਬਾਕੀ ਹਸਪੀਟਲ ਦਾ ਮੁਲਾਜ਼ਾ ਹੋ ਗਿਆ, ਤਮਾਸ਼ਾ ਹੀ ਨਾ ਕਿੰਨੇ ਸਾਥ ਦਿੱਤਾ ਹੈ। ਹਸਪੀਟਲ ਗਏ ਆ, ਉੱਥੇ ਕੋਈ ਪੁੱਛਣ ਵਾਲਾ ਨਹੀਂ ਹੈਗਾ। ਉੱਥੇ ਕੀ ਕਹਿ ਰਹੇ ਨੇ? ਡਾਕਟਰ ਮੌਜੂਦ ਨਹੀਂ। ਹਸਪੀਟਲ ਦੇ ਅੰਦਰ ਡਾਕਟਰ ਮੌਜੂਦ ਨਹੀਂ, ਉੱਥੇ ਆ ਕੇ ਮਰ ਜਾਵੇ ਫਿਰ ਕੌਣ ਜ਼ਿੰਮੇਦਾਰ ਹੈਗਾ? ਨਵਾਜ਼ ਸ਼ਰੀਫ ਹਸਪੀਟਲ ਗਏ ਆ ਨਾ, 4 ਵਜੇ ਗਏ ਆ, 6 ਵਜੇ ਤੱਕ ਅਸੀਂ ਹਸਪੀਟਲ ਦੇ ਬਾਹਰ ਖਲੋਤੇ ਰਹੇ ਆ ਕਿ ਡਾਕਟਰ ਨੇ ਆ ਕੇ ਕੁਝ ਕਰਨਾ ਹੈ, ਡਾਕਟਰ ਨੇ ਆ ਕੇ ਕੁਝ ਕਰਨਾ ਹੈ। ਡਾਕਟਰ ਹੋਣੇ ਕਿਦੋਂ? ਡਾਕਟਰ ਆਏ ਨਹੀਂ ਤੇ ਫਿਰ ਮੈਡੀਕਲ ਬਣਾਉਣ ਵਾਲਾ ਕੌਣ ਸੀ? ਅਗਰ ਉਹ ਮੈਡੀਕਲ ਡਾਕਟਰ ਨੇ ਨਹੀਂ ਬਣਾਇਆ ਤੇ ਉਹ ਮੈਡੀਕਲ ਕੌਣ ਬਣਾਏਗਾ ਸੀ ਬਣਾਉਣ ਵਾਲਾ? ਅੱਛਾ, ਵਹਾਬ ਹੁਣ ਤੱਕ ਪੁਲਿਸ ਨੇ ਕਿੰਨੇ ਮੁਲਜ਼ਮ ਗ੍ਰਿਫਤਾਰ ਕੀਤੇ? ਇੱਕ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਹੋਇਆ। ਕਿਉਂ? ਕਿਉਂਕਿ ਉਹਨਾਂ ਦੀ ਅਪਰੋਚ ਹੈ। ਐਡੇ ਬਾਸਰ ਮੁਲਜ਼ਮ ਨੇ। ਬਾਸਰ ਮੁਲਜ਼ਮ ਨਾ ਦੇਖੋ, ਅਗਰ ਅਪਰੋਚ ਨਾ ਹੋਵੇ ਤੇ ਪੁਲਿਸ ਕਿਸ ਤਰ੍ਹਾਂ ਉਹਨਾਂ ਨੂੰ ਜਾ ਕੇ ਫੜ ਲਵੇ? ਕਿਉਂਕਿ ਉਹਨਾਂ ਦੀ ਅਪਰੋਚ ਹੈ, ਉਹਨਾਂ ਨੂੰ ਪੈਸੇ ਆਏ ਹੋਏ ਨੇ। ਸਾਡੇ ਜਦੋਂ ਥਾਣੇ ਗਿਆ ਮੈਂ ਰਿਪੋਰਟ ਕਰਾਉਣ, ਮੇਰੇ ਜਾਣ ਤੋਂ ਪਹਿਲੇ ਜਿਹੜੇ ਆਪਣਾ ਗੋਲਡ ਪੈਲੇਸ ਵਾਲੇ ਬੰਦੇ ਨੇ ਉਹ ਜਾ ਕੇ ਉਹਨਾਂ ਨਾਲ ਆਲਰੇਡੀ ਗਲੇ ਮਿਲ ਚੁੱਕੇ ਹੋਏ ਸੀ। ਤੇ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵਾਂ ਕਿ ਜਦੋਂ ਕੋਈ ਬੰਦਾ ਜਾ ਕੇ ਥਾਣੇ ਦੇ ਵਿੱਚ ਕਿਸੇ ਨੂੰ ਗਲੇ ਮਿਲਦਾ ਹੈ ਤੇ ਉਹ ਗਲੇ ਮਿਲਣ ਦਾ ਮਕਸਦ ਕੀ ਹੁੰਦਾ ਹੈ? ਕਿਉਂਕਿ ਨਾ ਤੁਸੀਂ ਬੱਚੇ ਹੋ ਨਾ ਅਸੀਂ ਬੱਚੇ ਹਾਂ, ਅਸੀਂ ਵੀ ਥੋੜ੍ਹਾ ਬਹੁਤ ਦੇਖਿਆ ਨਾ ਬਾਹਰ ਦੁਨੀਆਦਾਰੀ 'ਚ ਕੀ ਹੋ ਰਿਹਾ। ਉਹ ਪਹਿਲੇ ਗਲੇ ਮਿਲ ਚੁੱਕੇ ਨੇ ਤੇ ਉਹ ਗਲੇ ਮਿਲੇ ਨੇ। ਜਦੋਂ ਉਹ ਚਲੇ ਗਏ ਨੇ, ਮੈਂ ਉਹਨਾਂ ਨੂੰ ਦੇਖਿਆ ਜੀ, ਉਹ ਚਲੇ ਗਏ ਨੇ। ਉਹਨਾਂ ਦੇ ਜਾਣ ਤੋਂ ਬਾਅਦ 3 ਘੰਟੇ ਅਸੀਂ ਉੱਥੇ ਥਾਣੇ 'ਚ ਬੈਠੇ ਰਹੇ ਹਾਂ। 3 ਘੰਟੇ ਕੋਈ ਬੰਦਾ ਸਾਨੂੰ ਪੁੱਛਣ ਵਾਲਾ ਨਹੀਂ ਉੱਥੇ ਹੈਗਾ। ਤੇ ਇੱਕ ਬੰਦਾ ਜਿਹੜਾ ਆ ਕੇ ਜਿਹਨੇ ਇਜਾਜ਼ ASI ਜਿਹੜਾ ਹੈਗਾ, ਉਹਨੇ ਜਦੋਂ ਮੈਂ ਉਹਨੂੰ ਰਿਪੋਰਟ ਲਿਖਾ ਰਿਹਾ ਵਾਂ, ਮੈਂ ਜ਼ਖਮੀ ਹੋਇਆ ਪਿਆ ਵਾਂ, ਮੈਂ ਉਹਨੂੰ ਵਰਡ ਟੂ ਵਰਡ ਹਰ ਚੀਜ਼ ਦੱਸ ਰਿਹਾ ਵਾਂ, ਤੇ ਉਹਨੇ ਕੀ ਕੀਤਾ ਹੈ? ਉਹਨੇ ਆਪਣੀ ਸਾਰੀ ਰਿਪੋਰਟ ਹੀ ਗਲਤ ਕਰਤੀ ਹੈ। ਹੁਣ ਮੇਰੇ ਸਾਹਮਣੇ ਤੁਸੀਂ ਦੇਖੋ, ਤੁਸੀਂ ਮੇਰੇ ਸਾਹਮਣੇ ਬਹਿ ਕੇ ਮੈਂ ਤੁਹਾਨੂੰ ਆਪਣੇ ਅਲਫਾਜ਼ ਦੱਸ ਰਿਹਾ ਵਾਂ, ਤੁਸੀਂ ਉਹ ਅਲਫਾਜ਼ ਲਿਖ ਰਹੇ ਪਏ ਹੋ। ਤੁਸੀਂ ਦੁਬਾਰਾ ਹੁਣ ਅੱਡਾ ਤਾਂ ਯਕੀਨ ਕਰੋਗੇ ਨਾ ਉਸ ਬੰਦੇ ਤੇ ਕਿ ਯਾਰ ਇਹ ਬੰਦਾ ਨੇ ਜੋ ਲਿਖਿਆ ਮੇਰੇ ਸਾਹਮਣੇ ਸੱਚ ਲਿਖਿਆ। ਹੁਣ ਉਹਨੇ ਮੈਨੂੰ ਦੇਤਾ ਸਾਈਨ ਕਰ, ਮੈਂ ਸਾਈਨ ਕਰਕੇ ਮੈਂ ਤੇ ਦੇਤਾ। ਜਦੋਂ ਸਾਈਨ ਅਗਲੇ ਦਿਨ ਮੈਨੂੰ ਪਤਾ ਲੱਗ ਰਿਹਾ ਕਿ ਜੋ ਚੀਜ਼ਾਂ ਮੈਂ ਕਹੀਆਂ ਨੇ ਉਹ ਚੀਜ਼ਾਂ ਤੇ ਉੱਤੇ ਹੈਗੀਆਂ ਹੀ ਨਹੀਂ ਨੇ। ਤੇ ਉੱਥੇ ਗਲਤ ਕੌਣ ਸਾਬਤ ਹੋਇਆ? ਗਲਤ ਮੈਂ, ਕਿਉਂਕਿ ਮੈਂ ਉਹ ਦੁਬਾਰਾ ਪੜ੍ਹੀ ਨਹੀਂ। ਹੁਣ ਤੁਹਾਡਾ ਕੀ ਮੁਤਾਲਬਾ ਹੈ, ਕੀ ਹੋਣਾ ਚਾਹੀਦਾ ਹੈਗਾ ਤੇ ਇਹਨਾਂ ਨੂੰ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰਦੀ ਪਈ? ਪੁਲਿਸ ਇਹਨਾਂ ਨੂੰ ਕਿਦੋਂ ਗ੍ਰਿਫਤਾਰ ਕਰਦੀ, ਕਿਦੋਂ ਨਹੀਂ ਕਰਦੀ, ਉਹਨਾਂ ਦਾ ਮੈਟਰ ਹੀ ਹੈ। ਮੇਰਾ ਇਹ ਹਕੂਮਤ ਦੇ ਨਾਲ ਮੁਕਾਲਮਾ ਹੈਗਾ ਕਿ ਦੇਖੋ,
ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋ, ਅੱਜ ਗ੍ਰਿਫਤਾਰ ਕਰਦੇ ਹੋ, ਕੱਲ ਉਹ ਦੁਬਾਰਾ ਛੁੱਟ ਕੇ ਵਾਪਸ ਆਉਂਦੇ ਨੇ, ਵਾਪਸ ਆ ਕੇ ਜਦੋਂ ਫਿਰ ਦੁਬਾਰਾ ਹਰਕਤ ਕਰਦੇ ਨੇ ਤੇ ਉੱਥੇ ਅਸੀਂ ਕੀ ਕਰੀਏ? ਉਹਦਾ ਜ਼ਿੰਮੇਦਾਰ ਕੌਣ ਹੈ? ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਸੀਸੀਟੀ ਸਾਹਿਬ ਕਹਿੰਦੇ ਨੇ ਜੀ ਤੁਸੀਂ ਆਪਣਾ ਇੱਥੇ ਆਪਣੇ ਘਰ ਦੇ ਵਿੱਚ ਕੋਈ ਅਸਲਾ ਨਹੀਂ ਰੱਖ ਸਕਦੇ। ਮੈਂ ਆਪਣੇ ਘਰ 'ਚ ਅਸਲਾ ਨਹੀਂ ਰੱਖਦਾ, ਬਾਹਰੋਂ ਆ ਕੇ ਸਾਡੇ ਘਰ ਦੇ ਵਿੱਚ ਅਸਲਾ ਲੈ ਕੇ ਵੜ ਜਾਂਦੇ ਨੇ, ਉਹਦਾ ਜ਼ਿੰਮੇਦਾਰ ਕੌਣ ਹੈ? ਉਹਨਾਂ ਦੇ ਕੋਲ ਅਸਲਾ ਕਿੱਥੋਂ ਆਇਆ? ਉਹਨਾਂ ਕੋਲ ਅਸਲਾ ਕਿੱਥੋਂ ਆਇਆ? ਜਦੋਂ ਅਸੀਂ ਨਹੀਂ ਰੱਖ ਸਕਦੇ ਫਿਰ ਉਹਨਾਂ ਕੋਲ ਕਿੱਥੋਂ ਆਇਆ? ਜੇ ਅਗਰ ਉਹ ਰੱਖ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਰੱਖ ਸਕਦੇ? ਜਦੋਂ ਅਸੀਂ ਰੱਖਨੇ ਫਿਰ ਸਾਡੇ ਤੇ ਕਿਉਂ ਪਰਚਾ ਹੁੰਦਾ ਹੈ ਜਾਂ ਸਾਡੇ ਦੇ ਉੱਤੇ ਕਿਉਂ ਕਿਸੇ ਕਿਸਮ ਦਾ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ? ਉਹ ਸਾਡੇ ਘਰ ਆ ਕੇ ਮੇਰੀ ਮਾਂ ਨੂੰ ਮਾਰ ਕੇ ਚਲ ਜਾਂਦੇ ਨੇ, ਮੈਂ ਉਹਨਾਂ ਨੂੰ ਫੜ ਲੈਣਾ ਵਾ ਬਾਹਰ, ਮੈਂ ਉਹਨਾਂ ਨੂੰ ਮਾਰ ਦਿੰਦਾ ਵਾ, ਤੇ ਫਿਰ ਮੈਂ ਮੁਜਰਮ ਕਿਉਂ? ਮੈਨੂੰ ਪੁਲਿਸ ਤੁਹਾਨੂੰ ਖੁਦ ਮੁਜਰਮ ਬਣਾਉਣ ਦਾ ਮੌਕਾ ਦੇ ਰਹੀ ਹੈ। ਮੈਂ ਤੇ ਆਪ ਪਨਾਹ ਮੰਗ ਰਿਹਾ ਵਾਂ ਕਿ ਮੈਂ ਰੱਬ ਕੋਲ ਵੀ ਪਨਾਹ ਮੰਗ ਰਿਹਾ ਵਾਂ ਕਿ ਯਾ ਅੱਲਾ ਮੈਨੂੰ ਇਸ ਲਾਈਨ 'ਚ ਨਾ ਵੜਨਾ। ਮੈਂ ਮੁਜਰਮ ਨਹੀਂ ਬਣਨਾ ਚਾਹੁੰਦਾ, ਮੈਂ ਆਪਣੀ ਜ਼ਿੰਦਗੀ ਇੱਕ ਸਾਦਾ ਤਰੀਕੇ ਨਾਲ ਗੁਜ਼ਾਰੀ ਤੇ ਮੈਂ ਸਾਦਾ ਤਰੀਕੇ ਨਾਲ ਹੀ ਗੁਜ਼ਾਰਨਾ ਚਾਹੁੰਦਾ ਵਾਂ। ਲੇਕਿਨ ਅਗਰ ਜਦੋਂ ਮੈਨੂੰ ਕਾਨੂੰਨ ਵੱਲੋਂ ਇਨਸਾਫ ਨਹੀਂ ਮਿਲੇਗਾ ਤੇ ਮੈਂ ਕਿਹਦੇ ਕੋਲ ਜਾਵਾਂਗਾ? ਦੱਸੋ ਮੈਨੂੰ। ਮੈਂ ਇਨਸਾਫ ਜ਼ਾਹਰੀ ਗੱਲ ਹੈ ਕਾਨੂੰਨ ਕੋ ਮੰਗਣਾ ਹੈ ਨਾ। ਕਾਨੂੰਨ ਸਾਡੇ ਰਖਵਾਲੇ ਨੇ, ਜਦੋਂ ਇਹੋ ਜਿਹੇ ਰਖਵਾਲੇ ਬੈਠੇ ਹੋਏ ਨੇ ਤੇ ਉਸੇ ਸੇ ਕੀ ਕਰੀਏ? ਕਿੰਨਾ ਕੁ ਸਬਰ ਕਰੀਏ? 4 ਦਿਨ ਹੋ ਗਏ ਨੇ, 4 ਦਿਨਾਂ ਦੇ ਵਿੱਚ ਇੱਕ ਗ੍ਰਿਫਤਾਰੀ ਨਹੀਂ ਹੋਈ। ਇਹ ਕਿਸੇ ਵੱਡੇ ਬੰਦੇ ਦਾ ਫੋਨ ਗਿਆ ਹੁੰਦਾ ਜਾਂ ਕਿਸੇ ਅਪਰੋਚ ਵਾਲੇ ਬੰਦੇ ਦਾ ਫੋਨ ਗਿਆ ਹੁੰਦਾ, 2 ਘੰਟੇ ਦੇ ਵਿੱਚ ਅਗਲੇ ਕਬਰਾਂ 'ਚੋਂ ਚੁੱਕ ਲੈਂਦੇ ਨੇ। ਕਾਨੂੰਨ ਤੇ ਉਹ ਸ਼ਾਇਦ ਨਾ ਕਿ ਅਗਲੇ ਗੜੇ ਮੁਰਦੇ 'ਚ ਉਖਾੜ ਲੈਂਦੇ ਹੈਗੇ ਨੇ। ਤੁਹਾਡੇ ਕੋਲ ਜ਼ਿੰਦਾ ਬੰਦੇ नहीं फड़े जा रहे। जी बिल्कुल नाज़रीन, आपने इन दोनों भाइयों की और इनकी वालदा की भी सारी गुफ्तगू सुनी है, सारी कहानी सुनी कि किस तरह से इनके साथ इन्हीं के मोहल्ले वालों ने मिलकर अपने जो इनके सरगना के लोग हैं उनके साथ इन पर हमलावर होते हैं, इनके घर के अंदर घुसकर इनको तशद्दुद का निशाना बनाते हैं। लेकिन पुलिस ने अभी तक किसी भी एक मुलज़म को गिरफ़्तार नहीं किया। इससे ये साबित होता है कि इनको अभी भी ख़तरा है, वो मुलज़मान अभी भी इनके साथ इनको नुकसान पहुँचाने की कोशिश ज़रूर करेंगे। तो इससे पहले कि इनको नुकसान पहुँचाया जाए, खुदारा आप इन तमाम मुलज़मान के ख़िलाफ़ सख्त एक्शन लें ताकि ये किसी बड़े नुकसान से बच सकें और इन्हें ये यकीन हो कि यहाँ पर कानून मौजूद है और कानून हमेशा मज़लूम के साथ होता है। हम देखेंगे तब, और इस बात पर यकीन हमें भी तब आएगा जब इनको इंसाफ मिलेगा, जब इनके मुलज़मान को पुलिस गिरफ़्तार करके उन्हें सख्त सज़ा देगी। मिलते हैं किसी और वीडियो में, तब तक के लिए अल्लाह ने के पास।